ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਸ਼ਹੀਦ ਆਜ਼ਮ ਭਗਤ ਸਿੰਘ, ਸ਼ਹੀਦ ਊਧਮ ਸਿੰਘ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਬੀਤੇ ਦਿਨ ਯਾਨੀ ਕਿ ਬੀਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਨੂੰ ਯਾਦ ਕੀਤਾ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਅਸਲੀ ਹੱਕਦਾਰ ਭਾਰਤ ਰਤਨ ਦੇ ਇਹ ਲੋਕ ਨੇ, ਇਹ ਸ਼ਹੀਦ ਨੇ, ਨਾ ਕਿ ਜਿਹੜੇ ਆਮ ਸਿਆਸਤਦਾਨ ਜਿਨ੍ਹਾਂ ਸਿਆਸਤਦਾਨਾਂ ਨੂੰ ਅਸੀਂ ਭਾਰਤ ਰਤਨ ਦੇਈ ਜਾਂਦੇ ਹਾਂ, ਬਲਕਿ ਭਾਰਤ ਰਤਨ ਦਾ ਰੁਤਬਾ ਜਿਹੜਾ ਜਾਂ ਉਹਦਾ ਅਕਸ ਆ ਜਾਂ ਉਹਦੀ ਸਾਖ ਉਹ ਵੀ ਡਿੱਗਦੀ ਹੈ। ਵੈਸੇ ਇਹ ਇੱਕ ਮਹਿਜ਼ ਇਤਫਾਕ ਆ ਕਿ ਸਾਡੇ ਸਟੂਡੀਓ ਦੇ ਵਿੱਚ ਵੀ ਇਹਨਾਂ ਅਜ਼ੀਮ ਸ਼ਖਸੀਅਤਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ, ਤੁਸੀਂ ਦੇਖ ਸਕਦੇ ਹੋ, ਜਿਨ੍ਹਾਂ ਤੋਂ ਆਪਾਂ ਸਾਰੇ ਲੋਕ ਪ੍ਰੇਰਨਾ ਲੈਂਦੇ ਆ। ਪਰ ਨਾਲ ਦੀ ਨਾਲ ਸੱਚਾਈ ਇਹ ਵੀ ਆ ਕਿ ਜੋ ਇਹਨਾਂ ਦਾ ਸੁਪਨਿਆਂ ਦਾ ਭਾਰਤ ਸੀ ਜਾਂ ਪੰਜਾਬ ਸੀ ਉਹ ਤਾਂ ਨਹੀਂ ਬਣ ਸਕਿਆ। ਅੱਜ ਵੀ ਤੁਸੀਂ ਦੇਖ ਲਓ, ਫਿਰਕੂ ਹਿੰਸਾ ਦੇ ਵਿੱਚ ਜਾਂ ਜਾਤ ਪਾਤ ਦੇ ਵਿੱਚ ਲੋਕ ਵੰਡੇ ਹੋਏ ਨੇ। ਡੈਮੋਕ੍ਰੇਸੀ ਦਾ, ਲੋਕਤੰਤਰ ਦਾ ਜਿਹੜੇ ਇਹ ਲੋਕ ਲੈ ਕੇ ਆਏ ਸੀ, ਉਸ ਦਾ ਕੀ ਹਾਲ ਆ ਉਸ ਨੂੰ ਵੀ ਤੁਸੀਂ ਬਿਹਤਰ ਸਮਝ ਸਕਦੇ ਹੋ। ਇਸ ਦੀ ਤਾਜ਼ਾ ਉਦਾਹਰਨ ਮਨੀਪੁਰ ਦੀ ਹਿੰਸਾ, ਜਿੱਥੇ ਭਾਰਤ ਦੀ ਸਰਕਾਰ ਤੇ ਸੂਬਾ ਸਰਕਾਰ ਦੋਨੇ ਡਬਲ ਇੰਜਨ ਦੀਆਂ ਸਰਕਾਰਾਂ ਬੁਰੀ ਤਰ੍ਹਾਂ ਫੇਲ ਹੋ ਚੁੱਕੀਆਂ ਨੇ। ਇੱਥੋਂ ਤੱਕ ਫੇਲ ਹੋ ਚੁੱਕੀਆਂ ਨੇ ਕਿ ਜੇ ਭਾਰਤ ਦਾ ਸੁਪਰੀਮ ਕੋਰਟ ਜਾਂ ਭਾਰਤ ਦੇ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਇਸ ਦਾ ਨੋਟਿਸ ਨਾ ਲੈਂਦੇ, ਸੂ ਮੋਟੋ ਨੋਟਿਸ ਨਾ ਲੈਂਦੇ, ਤਾਂ ਹੋ ਸਕਦਾ ਭਾਰਤ ਸਰਕਾਰ ਜਾਂ ਮਨੀਪੁਰ ਦੀ ਸਰਕਾਰ ਅੱਜ ਵੀ ਇਸ 'ਤੇ ਕੋਈ ਕਾਰਵਾਈ ਕਰਦੀ ਹੋਈ ਨਜ਼ਰ ਨਾ ਆਉਂਦੀ। ਤੁਸੀਂ ਦੇਖੋ ਕਿੰਨੇ ਦਿਨਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਂ ਮੂੰਹ 'ਤੇ ਤਾਲੇ ਲਾਏ ਹੋਏ ਨੇ, ਬੋਲਦੇ ਨਹੀਂ ਆ। ਬਾਰ-ਬਾਰ ਅਪੋਜੀਸ਼ਨ ਪਾਰਟੀਆਂ ਉਹਨਾਂ ਨੂੰ ਕਹਿ ਰਹੀਆਂ ਨੇ ਕਿ ਘੱਟੋ ਘੱਟ ਪਾਰਲੀਮੈਂਟ ਦੇ ਵਿੱਚ ਆ ਕੇ ਕੋਈ ਬਿਆਨ ਤਾਂ ਦੇ ਦਿਓ, ਕੋਈ ਸਟੇਟਮੈਂਟ ਤਾਂ ਦੇ ਦਿਓ, ਪਰ ਨਹੀਂ, ਇਹਨਾਂ ਗੱਲਾਂ ਦੀ ਪਰਵਾਹ ਹੀ ਨਹੀਂ ਆ। ਕਿਉਂਕਿ ਸੰਸਥਾਵਾਂ ਦੀ ਇੰਪੋਰਟੈਂਸ ਕੀ ਹੋਣੀ ਚਾਹੀਦੀ ਆ, ਉਹ ਨਾ ਤਾਂ ਪ੍ਰਧਾਨ ਮੰਤਰੀ ਨਾ ਜਿਹੜੇ ਮਨੀਪੁਰ ਦੀ ਸਰਕਾਰ ਆ ਇਹਨੂੰ ਕਿਸੇ ਗੱਲ ਦੀ ਪਰਵਾਹ। ਇਹ ਤਾਂ ਤੁਸੀਂ ਦੇਖੋ ਡੀ.ਵਾਈ. ਚੰਦਰਚੂੜ ਭਾਰਤ ਦੇ ਚੀਫ ਜਸਟਿਸ ਨੇ ਜਿਸ ਤਰ੍ਹਾਂ ਇਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਲਿਆ, ਇਹਨਾਂ ਦੀ ਬੀਤੇ ਕੱਲ ਖਿਚਾਈ ਕੀਤੀ, ਉਸ ਬਾਰੇ ਆਪਾਂ ਗੱਲ ਕਰਾਂਗੇ। ਜਿਸ ਤਰ੍ਹਾਂ ਦੀ ਨਮੋਸ਼ੀ ਉਸ ਤੋਂ ਬਾਅਦ ਭਾਰਤ ਸਰਕਾਰ ਦੇ ਚਿਹਰੇ ਤੇ ਨਜ਼ਰ ਆਈ, ਉਹ ਜੇ ਡੀ.ਵਾਈ. ਚੰਦਰਚੂੜ ਇਹਨਾਂ ਦੀ ਖਿਚਾਈ ਨਾ ਕਰਦੇ ਤਾਂ ਸ਼ਾਇਦ ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਵੀ ਨਾ ਹੁੰਦਾ। ਔਰ ਤੁਸੀਂ ਦੇਖੋ ਇਹ ਜਿਹੜਾ ਮਾਹੌਲ ਬਣ ਰਿਹਾ ਭਾਰਤ ਦੇ ਵਿੱਚ, ਇਹ ਇਕੱਲਾ ਇੱਥੋਂ ਤੱਕ ਸੀਮਿਤ ਨਹੀਂ ਆ। ਬੀਤੇ ਕੱਲ ਇੱਕ ਚਲਦੀ ਟ੍ਰੇਨ ਦੇ ਵਿੱਚ ਇੱਕ ਸਿਪਾਹੀ ਨੇ, ਜਿਹੜਾ ਕਿ ਰੇਲਵੇ ਪ੍ਰੋਟੈਕਸ਼ਨ ਫੋਰਸ ਦਾ ਸੀ, ਆਰ.ਪੀ.ਐਫ ਦਾ ਸੀ, ਉਹਨੇ ਕੇਵਲ 4 ਲੋਕਾਂ ਦਾ ਇਸ ਕਰਕੇ ਕਤਲ ਕਰਤਾ, ਕਹਿੰਦਾ ਕਿ ਜੇ ਵੋਟ ਪਾਉਣੀ ਆ ਜਾਂ ਮੋਦੀ ਨੂੰ ਪਾਓ ਜਾਂ ਯੋਗੀ ਨੂੰ ਪਾਓ ਜੇ ਹਿੰਦੁਸਤਾਨ ਦੇ ਵਿੱਚ ਰਹਿਣਾ। ਤੇ ਇਸ ਦਾ ਹਾਲ ਇੱਥੋਂ ਤੱਕ ਵੀ ਨਹੀਂ ਆ। ਹੁਣ ਤਾਂ ਇਹ ਹਿੰਸਾ ਤੁਹਾਨੂੰ ਨੂੰਹ ਦੇ ਵਿੱਚ, ਹਰਿਆਣੇ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਆ, ਤੇ ਅੱਜ ਇਹ ਹਿੰਸਾ ਗੁਰੂਗ੍ਰਾਮ, ਜਿਹਨੂੰ ਅਸੀਂ ਗੁੜਗਾਉਂ ਕਹਿੰਦੇ ਆ, ਉੱਥੋਂ ਤੱਕ ਵੀ ਫੈਲ ਗਈ ਹੈ। 31 ਜੁਲਾਈ ਬੀਤੇ ਕੱਲ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਕਿਉਂਕਿ ਉਹਨਾਂ ਦੇ ਸ਼ਹੀਦੀ ਦਿਵਸ 'ਤੇ ਜਿਹੜਾ ਕਿ ਤੁਹਾਨੂੰ ਯਾਦ ਹੋਣਾ 31 ਜੁਲਾਈ 1940 ਨੂੰ ਪੈਂਟਨਵਿਲ ਇੱਕ ਜਗ੍ਹਾ ਹੈ ਇੰਗਲੈਂਡ ਦੇ ਵਿੱਚ, ਸੈਂਟਰਲ ਲੰਡਨ ਦੇ ਨੇੜੇ ਆ, ਉੱਥੇ ਸ਼ਹੀਦ ਊਧਮ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ ਸੀ। ਦਰਅਸਲ ਫਾਂਸੀ ਇਸ ਕਰਕੇ ਦਿੱਤੀ ਸੀ ਕਿਉਂਕਿ 13 ਮਾਰਚ 1940 ਨੂੰ ਮਾਈਕਲ ਓਡਵਾਇਰ, ਜਿਹੜੇ 1913 ਤੋਂ ਲੈ ਕੇ 1919 ਤੱਕ ਪੰਜਾਬ ਦੇ ਲੈਫਟੀਨੈਂਟ ਗਵਰਨਰ ਰਹੇ। ਵੈਸੇ ਮੈਂ ਇਹ ਵੀ ਦੱਸਦਾ, ਇਹ ICS ਅਫਸਰ ਸੀ, ਜਿਹਨੂੰ ਅਸੀਂ ਇੰਡੀਅਨ ਸਿਵਲ ਸਰਵਿਸਿਜ਼ ਕਹਿੰਦੇ ਸੀ ਤੇ ਅੱਜ ਕੱਲ੍ਹ IAS ਅਫਸਰ ਕਹਿੰਦੇ ਆ। ਇਹ ਉਸ ਟਾਈਮ ਦੇ ICS ਸੀ ਤੇ ਉਸ ਟਾਈਮ ਪੰਜਾਬ ਦੇ ਲੈਫਟੀਨੈਂਟ ਗਵਰਨਰ ਸੀ। ਤੇ ਇਹਨਾਂ ਦੇ ਦੌਰਾਨ ਹੀ, ਯਾਨੀ ਕਿ ਇਸ ਮਾਈਕਲ ਓਡਵਾਇਰ ਦੇ ਦੌਰਾਨ ਹੀ ਜਲਿਆਂਵਾਲਾ ਬਾਗ ਦਾ ਉਹ ਸਾਕਾ ਹੋਇਆ ਸੀ, ਉਹ ਮੈਸੇਕਰ ਹੋਇਆ ਸੀ, ਜਿਹਦੇ ਵਿੱਚ ਲੋਕਾਂ ਨੂੰ ਮਾਰ ਦਿੱਤਾ ਗਿਆ ਸੀ। ਔਰ ਉਸ ਦੀ ਗੋਲੀ ਜਿਹੜੀ ਚਲਾਈ ਗਈ ਸੀ ਉਹ ਕਰਨਲ ਰੈਗੀਨਾਲਡ ਡਾਇਰ, ਕਰਨਲ ਰੈਗੀਨਾਲਡ ਡਾਇਰ ਵੈਸੇ ਤਾਂ ਕਰਨਲ ਸੀ, ਪਰ ਉਹਨਾਂ ਨੂੰ ਬ੍ਰਿਗੇਡੀਅਰ ਜਨਰਲ ਦਾ ਇੱਕ ਤਰ੍ਹਾਂ ਦਾ ਅਹੁਦਾ ਦਿੱਤਾ ਸੀ। ਵੈਸੇ ਉਹ ਬੰਗਾਲ ਆਰਮੀ ਤੋਂ ਸੀ। ਖੈਰ, ਇਹ ਸਾਰਾ ਕੁਝ ਹੁਣ ਇਤਿਹਾਸ ਬਣ ਚੁੱਕਾ, ਪਰ ਜਿਹੜੀ ਇੰਪੋਰਟੈਂਟ ਗੱਲ ਆ, ਜਿਹੜੀ ਬਹੁਤ ਮਹੱਤਵਪੂਰਨ ਗੱਲ ਇਹ ਕਹੀ ਆ ਪੰਜਾਬ ਦੇ ਮੁੱਖ ਮੰਤਰੀ ਨੇ ਕਿ ਇਹਨਾਂ ਤਿੰਨਾਂ ਅਜ਼ੀਮ ਸ਼ਖਸੀਅਤਾਂ ਨੂੰ ਦਰਅਸਲ ਇਹ ਹੱਕਦਾਰ ਨੇ ਭਾਰਤ ਰਤਨ ਦੇ, ਇਹਨਾਂ ਨੂੰ ਦੇਣਾ ਚਾਹੀਦਾ। ਪਰ ਚੰਗੀ ਗੱਲ ਆ, ਕਿਉਂਕਿ ਮੈਂ ਪਿਛਲੇ ਜਿੰਨੇ ਵੀ ਮੁੱਖ ਮੰਤਰੀ ਲਾ ਲਓ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਸੀ, ਕੈਪਟਨ ਅਮਰਿੰਦਰ ਸਿੰਘ ਸੀ, ਚਾਹੇ ਉਹ ਚਰਨਜੀਤ ਸਿੰਘ ਚੰਨੀ ਸੀ,
ਪਿੱਛੇ ਵੀ ਚਲੇ ਜਾਓ, ਸੁਰਜੀਤ ਸਿੰਘ ਬਰਨਾਲਾ ਹੋਣ, ਦਰਬਾਰਾ ਸਿੰਘ ਹੋਣ, ਜਾਂ ਉਸ ਤੋਂ ਵੀ ਪਿੱਛੇ ਮੈਂ ਕਦੇ ਇਹ ਗੱਲ ਨਹੀਂ ਸੁਣੀ ਜਦੋਂ ਇਹਨਾਂ ਮੁੱਖ ਮੰਤਰੀਆਂ ਨੇ ਜਾਂ ਹੋਰ ਵੀ ਕਿਸੇ ਨੇ ਇਸ ਗੱਲ ਦੀ ਪ੍ਰੌੜਤਾ ਕੀਤੀ ਹੋਵੇ ਕਿ ਪਹਿਲਾਂ ਭਾਰਤ ਰਤਨ ਇਹਨਾਂ ਜਿਨ੍ਹਾਂ ਆਜ਼ਾਦੀ ਘੁਲਾਟੀਆਂ ਨੂੰ ਦਿਓ, ਜਿਨ੍ਹਾਂ ਨੇ ਸੁਪਰੀਮ ਸੈਕਰੀਫਾਈਸਿਸ ਕੀਤੀਆਂ, ਬਲੀਦਾਨ ਦਿੱਤੇ ਨੇ ਬੜੀਆਂ ਛੋਟੀ ਛੋਟੀ ਉਮਰਾਂ ਦੇ ਵਿੱਚ, ਤੇ ਇਹਨਾਂ ਨੇ ਕਿਹਨਾਂ ਲਈ ਬਲੀਦਾਨ ਦਿੱਤੇ ਸੀ ਤਾਂ ਕਿ ਅਸੀਂ ਆਜ਼ਾਦ ਭਾਰਤ ਦੇ ਵਿੱਚ ਸਾਹ ਲੈ ਸਕੀਏ, ਇਸ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈ ਸਕੀਏ। ਖੈਰ ਹੁਣ ਦੇਖਦੇ ਹਾਂ ਕਿ ਇਸ ਗੱਲ ਨੂੰ ਕੋਈ ਸੁਣਦਾ, ਇਸ ਗੱਲ ਤੇ ਕੋਈ ਗੌਰ ਵੀ ਕਰਦਾ ਨਹੀਂ ਕਰਦਾ। ਪਰ ਇੱਕ ਗੱਲ ਹੋਰ ਉਹਨਾਂ ਨੇ ਬੜੀ ਮਹੱਤਵਪੂਰਨ ਕੀਤੀ ਆ, ਉਹ ਕਹਿੰਦੇ ਲੰਡਨ ਦੇ ਵਿੱਚ ਸ਼ਹੀਦ ਊਧਮ ਸਿੰਘ ਦਾ ਜੋ ਵੀ ਸਮਾਨ ਪਿਆ, ਉਹਨਾਂ ਦੀਆਂ ਬਿਲੋਂਗਿੰਗਸ ਪਈਆਂ ਨੇ, ਉਹਨਾਂ ਨੂੰ ਵੀ ਲੈ ਕੇ ਆਉਣ ਦਾ ਉਪਰਾਲਾ ਕੀਤਾ ਜਾਏਗਾ। ਇਸੇ ਤਰ੍ਹਾਂ ਸ਼ਹੀਦ ਆਜ਼ਮ ਭਗਤ ਸਿੰਘ, ਉਹਨਾਂ ਦਾ ਲਾਹੌਰ ਪਾਕਿਸਤਾਨ ਦੇ ਵਿੱਚ ਵੀ ਕੁਝ ਸਮਾਨ ਪਿਆ ਜਿਹੜਾ ਉਹਨਾਂ ਦੇ ਨਾਲ ਸੰਬੰਧਿਤ ਆ, ਹਿਸਟਰੀ ਦੇ ਨਾਲ ਸੰਬੰਧਿਤ ਆ, ਉਸ ਨੂੰ ਵੀ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਇਹ ਉਪਰਾਲਾ ਕਿੰਨਾ ਕੁ ਜਲਦੀ ਹੋਊਗਾ ਔਰ ਕੀ ਇਹ ਸਫਲ ਹੁੰਦਾ, ਜਾਂ ਜਿਹੜੀ ਭਾਰਤ ਰਤਨ ਦੀ ਉਹਨਾਂ ਨੇ ਗੱਲ ਕਹੀ ਆ ਇਸ ਨੂੰ ਕੋਈ ਗੌਰ ਵੀ ਕਰਦਾ, ਜਾਂ ਸਿਰਫ ਇਹ ਇੱਕ ਮਹਿਜ਼ ਸਟੇਟਮੈਂਟ ਹੀ ਰਹਿ ਜਾਊਗੀ। ਬੀਤੇ ਦਿਨ ਸੁਪਰੀਮ ਕੋਰਟ ਨੇ ਇਹ ਗੱਲ ਬਿਲਕੁਲ ਪੁਖਤਾ ਕਰ ਦਿੱਤੀ ਹੈ ਕਿ ਜੇ ਸਰਕਾਰਾਂ ਫੇਲ ਹੋ ਜਾਣਗੀਆਂ, ਸਰਕਾਰਾਂ ਆਪਣੇ ਕੰਮ ਨਾ ਕਰਨਗੀਆਂ ਜਾਂ ਆਪਣੀ ਜ਼ਿੰਮੇਵਾਰੀ ਨਾ ਨਿਭਾਉਣਗੀਆਂ, ਤੇ ਸੁਪਰੀਮ ਕੋਰਟ ਨੂੰ ਦਖਲ ਦੇਣਾ ਪਊਗਾ। ਸਿਖਰਲੀ ਅਦਾਲਤ ਨੇ ਇਹ ਗੱਲ ਬਿਲਕੁਲ ਸਪਸ਼ਟ ਕਰਤੀ ਹੈ। ਤੁਸੀਂ ਦੇਖੋ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ, ਚਾਹੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣ, ਤੇ ਚਾਹੇ ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਹੋਣ, ਜਿਹੜੇ ਸਵਾਲਾਂ ਤੋਂ ਇਹ ਲਗਾਤਾਰ ਪਿਛਲੇ 3 ਮਹੀਨਿਆਂ ਤੋਂ ਭੱਜ ਰਹੇ ਸੀ, ਸਵਾਲਾਂ ਦੇ ਜਵਾਬ ਨਹੀਂ ਸੀ ਦੇ ਰਹੇ। ਪਾਰਲੀਮੈਂਟ ਤਾਂ ਛੱਡੋ, ਪਾਰਲੀਮੈਂਟ ਤਾਂ ਇਹ ਸਮਝਦੇ ਨਹੀਂ ਕਿ ਉੱਥੇ ਚਲੋ ਕੋਈ ਗੱਲ ਨਹੀਂ, ਇਹ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਜਾਂ ਵਿਰੋਧੀ ਪਾਰਟੀਆਂ ਨੇ ਇਹਨਾਂ ਨੂੰ ਬੋਲਦੇ ਰਹਿਣ ਦਿਓ, ਉੱਥੇ ਤਾਂ ਅਸੀਂ ਜਵਾਬ ਦੇਣਾ ਨਹੀਂ। ਪਰ ਸੁਪਰੀਮ ਕੋਰਟ ਨੇ ਜਦੋਂ ਸੱਦ ਲਿਆ ਫਿਰ ਤਾਂ ਬੋਲਣਾ ਪਊਗਾ ਹੀ। ਇਹ ਗੱਲ ਭਾਰਤ ਦੇ ਚੀਫ ਜਸਟਿਸ DY ਚੰਦਰਚੂੜ ਨੇ ਇਸ ਗੱਲ ਨੂੰ ਸੁਨਿਸ਼ਚਿਤ ਕੀਤਾ, ਇਸ ਗੱਲ ਨੂੰ ਯਕੀਨੀ ਬਣਾਇਆ। ਉਹਨਾਂ ਨੇ ਜਦੋਂ ਸੁਣਵਾਈ ਸ਼ੁਰੂ ਕੀਤੀ, ਵੈਸੇ ਮੈਂ ਇਹ ਵੀ ਦੱਸਦਾ ਕਿ ਇਸ ਤੋਂ ਪਿਛਲੇ ਹਫ਼ਤੇ ਭਾਰਤ ਦੇ ਜਿਹੜੇ ਚੀਫ ਜਸਟਿਸ ਨੇ DY ਚੰਦਰਚੂੜ, ਇਹ ਥੋੜੇ ਨਾਸਾਜ਼ ਸੀ, ਇਹਨਾਂ ਦੀ ਤਬੀਅਤ ਠੀਕ ਨਹੀਂ ਸੀ, ਤੇ ਇਹ ਕੋਰਟ ਨੰਬਰ 1 ਜਿਹੜਾ ਹੁੰਦਾ ਉਹਦੇ ਵਿੱਚ ਬੈਠਦੇ ਨੇ, ਉੱਥੇ ਆ ਵੀ ਨਹੀਂ ਸਕੇ। ਤੇ ਸ਼ਾਇਦ ਭਾਰਤ ਸਰਕਾਰ ਜਾਂ ਮਨੀਪੁਰ ਦੀ ਸਰਕਾਰ ਨੂੰ ਲੱਗਾ ਹੋਏਗਾ ਕਿ ਚਲੋ ਖਹਿੜਾ ਛੁੱਟਿਆ, ਪਰ ਚੀਫ ਜਸਟਿਸ ਇੰਨੀ ਜਲਦੀ ਇਹਨਾਂ ਦਾ ਖਹਿੜਾ ਛੱਡਣ ਵਾਲੇ ਨਹੀਂ ਸੀ। ਉਹ ਸਾਰੇ ਸਵਾਲ ਜਿਨ੍ਹਾਂ ਤੋਂ ਸਰਕਾਰ, ਜਿਸ ਤਰ੍ਹਾਂ ਮੈਂ ਦੱਸਿਆ ਸੀ ਡਬਲ ਇੰਜਨ ਦੀ ਸਰਕਾਰ ਭੱਜ ਰਹੀ ਸੀ, ਉਹਨਾਂ ਨੇ ਇਹ ਸਵਾਲ ਖੜੇ ਕਰ ਲਏ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹਨਾਂ ਦੋਨਾਂ ਸਰਕਾਰਾਂ ਤੋਂ ਪੁੱਛਿਆ। ਵੈਸੇ ਮੈਂ ਇਹ ਵੀ ਦੱਸਦਾ ਕਿ ਜਿਹੜੇ ਭਾਰਤ ਸਰਕਾਰ ਦੇ ਸਭ ਤੋਂ ਵੱਡੇ ਵਕੀਲ ਹੁੰਦੇ ਨੇ, ਜਿਨ੍ਹਾਂ ਨੂੰ ਆਪਾਂ ਅਟਾਰਨੀ ਜਨਰਲ ਕਹਿੰਦੇ ਆ, R ਵੈਂਕਟ ਰਮਨੀ, ਉਹ ਵੀ ਉੱਥੇ ਮੌਜੂਦ ਸੀ। ਇਸੇ ਤਰ੍ਹਾਂ ਜਿਹੜੇ ਦੂਸਰੇ ਨੰਬਰ ਦੇ ਵਕੀਲ ਹੁੰਦੇ ਨੇ, ਸੋਲਿਸਿਟਰ ਜਨਰਲ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਤੁਸ਼ਾਰ ਮਹਿਤਾ, ਉਹ ਵੀ ਉੱਥੇ ਮੌਜੂਦ ਸੀ। ਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਪੁੱਛਿਆ, ਭਾਰਤ ਦੇ ਚੀਫ ਜਸਟਿਸ ਨੇ, ਇਹਨਾਂ ਦੇ ਨਾਲ ਜਸਟਿਸ JB ਪਾਰਦੀਵਾਲਾ ਤੇ ਇਹਨਾਂ ਦੇ ਨਾਲ ਹੀ ਜਸਟਿਸ ਮਨੋਜ ਮਿਸ਼ਰਾ ਵੀ ਨਾਲ ਉੱਥੇ ਬੈਠੇ ਸੀ। ਇਹਨਾਂ ਨੇ ਸਭ ਤੋਂ ਪਹਿਲਾਂ ਇਹ ਪੁੱਛਿਆ ਕਿ ਤੁਸੀਂ ਇਹ ਦੱਸੋ ਕਿ ਜਦੋਂ 4 ਮਈ ਨੂੰ ਇਹ ਘਟਨਾ ਵਾਪਰਦੀ ਆ, ਜਿਹਦਾ ਵੀਡੀਓ ਬਾਅਦ ਦੇ ਵਿੱਚ ਜਾ ਕੇ 19 ਜੁਲਾਈ ਨੂੰ ਵਾਇਰਲ ਹੁੰਦਾ, ਜਿਸ ਨੂੰ ਦੇਖ ਕੇ ਸੁਪਰੀਮ ਕੋਰਟ ਨੇ ਇਹਨਾਂ ਸਰਕਾਰਾਂ ਨੂੰ ਕਟਹਿਰੇ ਦੇ ਵਿੱਚ ਖੜਾ ਵੀ ਕੀਤਾ, ਕੀ ਗੱਲ ਹੋ ਗਈ ਕਿ ਤੁਹਾਨੂੰ ਇਹ ਜਿਹੜੀ FIR ਸੀ ਉਹ ਜਾ ਕੇ 14 ਮਈ ਨੂੰ ਤੁਸੀਂ ਕਿਉਂ ਦਰਜ ਕੀਤੀ? ਘੱਟੋ ਘੱਟ 2 ਹਫ਼ਤਿਆਂ ਬਾਅਦ ਤੁਸੀਂ ਜਿਹੜੀ ਇਹ FIR ਦਰਜ ਕਰਦੇ ਹੋ, ਤੇ ਤੁਹਾਡੀਆਂ ਉੱਥੋਂ ਦੀਆਂ ਜਿਹੜੀਆਂ ਸਿਕਿਉਰਿਟੀ ਏਜੰਸੀਜ਼ ਨੇ ਜਾਂ ਮਨੀਪੁਰ ਦੀ ਪੁਲਿਸ ਕਰ ਕੀ ਰਹੀ ਸੀ? ਇਸ ਦਾ ਉਹਨਾਂ ਨੇ ਜਵਾਬ ਮੰਗਿਆ। ਔਰ ਤੁਸੀਂ ਇੱਕ ਚੀਜ਼ ਹੋਰ ਦੇਖੋ, 0 FIR ਦਰਜ ਕੀਤੀ ਗਈ ਸੀ। 0 FIR ਮੈਂ ਤੁਹਾਨੂੰ ਜ਼ਰੂਰ ਦੱਸਦਾ, 0 FIR ਉਹ ਹੁੰਦੀ ਹੈ ਕਿ ਜਦੋਂ ਕੋਈ ਅਫਰਾ ਤਫਰੀ ਦੇ ਵਿੱਚ FIR ਰਜਿਸਟਰ ਕਰਨੀ ਪਵੇ ਤੇ ਕੋਈ ਵੀ ਪੁਲਿਸ ਸਟੇਸ਼ਨ 0 FIR ਦਰਜ ਕਰ ਲੈਂਦਾ, ਲੇਕਿਨ ਬਾਅਦ ਦੇ ਵਿੱਚ ਜਦੋਂ ਪਤਾ ਲੱਗਦਾ ਕਿ ਕਿਸੇ ਖਾਸ ਸਥਾਨ ਦਾ ਉਹ ਕੇਸ ਆ, ਉਹ ਆਈਡੈਂਟੀਫਾਈ ਹੋ ਜਾਂਦਾ, ਉਹਦੀ ਪਹਿਚਾਣ ਹੋ ਜਾਂਦੀ ਹੈ, ਲੱਭ ਲਿਆ ਜਾਂਦਾ, ਤੇ ਉਹ FIR ਉਸ ਪੁਲਿਸ ਸਟੇਸ਼ਨ ਦੇ ਵਿੱਚ ਭੇਜੀ ਜਾਂਦੀ ਆ, ਉਸ ਮੈਜਿਸਟ੍ਰੇਟ ਕੋਲੇ ਭੇਜੀ ਜਾਂਦੀ ਆ, ਤਾਂ ਕਿ ਉਸ ਤੇ ਨੰਬਰ ਲਾ ਕੇ ਪ੍ਰੋਪਰ ਕਾਰਵਾਈ ਹੋਵੇ। ਤੇ ਤੁਸੀਂ ਇਸ ਤਰ੍ਹਾਂ ਦੀਆਂ ਕਿੰਨੀਆਂ FIRs ਦਰਜ ਕਰ ਲਈਆਂ। ਇੱਥੋਂ ਤੱਕ ਵੀ ਪਤਾ ਲੱਗਾ ਕਿ ਮਨੀਪੁਰ ਦੀ ਸਰਕਾਰ ਨੇ ਇੱਥੋਂ ਤੱਕ ਦੱਸਿਆ ਕਿ ਅਸੀਂ 6000 FIRs ਦਰਜ ਕੀਤੀਆਂ, ਕੇਸ ਦਰਜ ਕੀਤੇ ਆ। ਤੇ ਸੁਪਰੀਮ ਕੋਰਟ ਨੇ ਫਿਰ ਪੁੱਛਿਆ, ਜੇ ਦਰਜ ਕੀਤੀ ਤੇ ਕੀਤਾ ਕੀ ਆ? ਸਾਨੂੰ ਇਹ ਵੀ ਦੱਸੋ ਕਿੰਨੇ ਲੋਕ ਤੁਸੀਂ ਗ੍ਰਿਫਤਾਰ ਕੀਤੇ ਨੇ, ਕਿੰਨੇ ਲੋਕ ਪੁਲਿਸ ਦੀ ਕਸਟਡੀ ਦੇ ਵਿੱਚ ਆ, ਕਿੰਨੇ ਲੋਕ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਨੇ,
ਤੇ ਨਾਲੇ ਸਾਨੂੰ ਬ੍ਰੇਕਅਪ ਦਿਓ। ਇਹ ਜਿਹੜੇ 6000 ਤੁਸੀਂ ਕੇਸ ਦਰਜ ਕੀਤੇ ਨੇ, ਕਿੰਨੇ ਤੁਸੀਂ ਇਹੋ ਜਿਹੇ ਕੇਸ ਦਰਜ ਕੀਤੇ ਨੇ ਜਿਹੜੇ ਕਤਲ ਦੇ ਕੇਸ ਨੇ, ਕਿੰਨੇ ਰੇਪ ਦੇ ਕੇਸ ਨੇ, ਕਿੰਨੇ ਤੁਸੀਂ ਜਿਹੜੇ ਅੱਗਾਂ ਲਾਈਆਂ ਨੇ, ਸਾੜੇ ਨੇ ਲੋਕਾਂ ਦੇ ਘਰ, ਉਹ ਕਿੰਨੇ ਕੇਸ ਨੇ, ਇਹਦਾ ਵੱਖਰਾ ਵੱਖਰਾ ਵੇਰਵਾ ਦਿਓ। ਔਰ ਤੁਸੀਂ ਇਹ ਦੇਖੋ ਕਿ ਮਨੀਪੁਰ ਦੀ ਸਰਕਾਰ ਹਜੇ ਵੀ ਪੂਰੀ ਤਰ੍ਹਾਂ ਤਿਆਰੀ ਕਰਕੇ ਨਹੀਂ ਸੀ ਗਈ। ਇਸੇ ਕਰਕੇ ਸੁਪਰੀਮ ਕੋਰਟ ਨੇ ਇਹਨਾਂ ਤੋਂ ਸਾਰੀਆਂ ਫਾਈਲਾਂ ਮੰਗ ਲਈਆਂ। ਕਹਿੰਦੇ ਸਾਰੇ ਦਾ ਸਾਰਾ ਰੈਕਡ ਲੈ ਕੇ ਆਓ, ਫਿਰ ਅਸੀਂ ਦੱਸਾਂਗੇ ਕਿ ਤੁਸੀਂ ਕੀਤਾ ਕੀ ਹੈ ਪਿਛਲੇ ਦਿਨਾਂ ਦੇ ਵਿੱਚ। ਤੇ ਤੁਸੀਂ ਸਾਡੇ ਮੀਡੀਆ ਦਾ ਵੀ ਹਾਲ ਦੇਖ ਲਓ। ਇਹ ਗੱਲਾਂ ਮੀਡੀਆ ਤੋਂ ਪਤਾ ਲੱਗਦੀਆਂ ਨੇ, ਕਿਉਂਕਿ ਜਿਹੜਾ ਮੀਡੀਆ, ਜਿਹੜਾ ਸਰਕਾਰੀ ਮੀਡੀਆ, ਜਿਹੜਾ ਸਰਕਾਰ ਦੀ ਗੋਦ ਦੇ ਵਿੱਚ ਬੈਠਾ ਹੋਇਆ, ਜਿਨ੍ਹਾਂ ਦਿਨਾਂ ਦੇ ਵਿੱਚ ਮਨੀਪੁਰ ਦੇ ਵਿੱਚ ਹਿੰਸਾ ਹੋ ਰਹੀ ਸੀ, ਇਹ ਫਰਾਂਸ ਦੇ ਦੰਗੇ ਦਿਖਾ ਰਿਹਾ ਸੀ। ਤੇ ਕੁਝ ਲੋਕਾਂ ਦਾ ਇਹ ਕਹਿਣਾ ਵੀ ਆ ਕਿ ਸਾਨੂੰ ਤਾਂ ਉੱਤੋਂ ਇਨਸਟਰਕਸ਼ਨਸ ਆਈਆਂ ਸੀ ਕਿ ਅਸੀਂ ਫਰਾਂਸ ਦੇ ਦੰਗੇ ਦਿਖਾ ਕੇ ਮਨੀਪੁਰ ਦੀ ਹਿੰਸਾ ਨੂੰ ਕਿਤੇ ਨਾ ਕਿਤੇ ਲੁਕੋ ਦਈਏ। ਇਹ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀ ਗੱਲ ਆ। ਸੁਪਰੀਮ ਕੋਰਟ ਨੇ ਇਹ ਵੀ ਗੱਲ ਕਹੀ ਕਿ ਸਾਨੂੰ ਕੁਝ ਡਿਜੀਟਲ ਮੀਡੀਆ ਤੋਂ ਪਤਾ ਲੱਗਾ ਕਿ ਇਹ ਜਿਹੜੀਆਂ ਕੁੜੀਆਂ ਜਿਨ੍ਹਾਂ ਦੇ ਖਿਲਾਫ ਵਾਇਲੈਂਸ ਹੋਈ ਆ, ਜਿਨ੍ਹਾਂ ਨੂੰ ਨਿਰਵਸਤਰ ਕਰਕੇ, ਜਿਨ੍ਹਾਂ ਦੇ ਕੱਪੜੇ ਲਾ ਕੇ ਘੁਮਾਇਆ ਗਿਆ, ਪੈਰੇਡ ਕਰਵਾਈ ਗਈ ਆ, ਇਹ ਤਾਂ ਪੁਲਿਸ ਦੀ ਕਸਟਡੀ ਦੇ ਵਿੱਚ ਸੀ। ਇਹ ਤਾਂ ਬਾਅਦ ਦੇ ਵਿੱਚ ਵੀ ਗੱਲ ਸਾਹਮਣੇ ਆਈ ਆ ਕਿ ਪੁਲਿਸ ਕੋਲੇ ਇਹ ਕੁੜੀਆਂ ਤੇ ਕੁਝ ਲੋਕ ਸ਼ਰਨ ਮੰਗਣ ਗਏ ਸੀ, ਉਹਨਾਂ ਤੋਂ ਪ੍ਰੋਟੈਕਸ਼ਨ ਮੰਗਣ ਗਏ ਸੀ, ਉਹਨਾਂ ਤੋਂ ਸੁਰੱਖਿਆ ਮੰਗਣ ਗਏ ਸੀ। ਪਰ ਇਸੇ ਪੁਲਿਸ ਨੇ, ਮਨੀਪੁਰ ਦੀ ਪੁਲਿਸ ਨੇ ਇਹਨਾਂ ਕੁੜੀਆਂ ਨੂੰ ਭੀੜ ਦੇ ਹਵਾਲੇ ਕਰਤਾ। ਜੋ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਜੋ ਕੁਝ ਹੋਇਆ ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ। ਇਸ ਗੱਲ ਤੇ ਵੀ ਸੁਪਰੀਮ ਕੋਰਟ ਬਹੁਤ ਹੈਰਾਨ ਹੋਇਆ ਕਿ ਤੁਸੀਂ ਤਾਂ ਇਹਨਾਂ ਨੂੰ ਪ੍ਰੋਟੈਕਸ਼ਨ ਦੇਣੀ ਸੀ। ਤੇ ਇਸੇ ਕਰਕੇ ਫਿਰ ਉਹਨਾਂ ਨੇ ਅਖੀਰ ਤੇ ਇਹ ਵੀ ਗੱਲ ਕਹੀ ਕਿ ਤੁਹਾਡਾ ਸਿਸਟੈਮਿਕ ਫੇਲੀਅਰ ਹੈ, ਪੂਰਾ ਸਿਸਟਮ, ਤੁਹਾਡਾ ਤੰਤਰ, ਕੋਈ ਤੰਤਰ ਤੁਹਾਡਾ ਦਾ ਚੀਫ ਮਿਨਿਸਟਰ ਤੋਂ ਲੈ ਕੇ ਉਸ ਤੋਂ ਬਾਅਦ ਚੀਫ ਸੈਕਟਰੀ, ਡੀਜੀਪੀ, ਸਾਰੇ ਦਾ ਸਾਰਾ ਤੁਹਾਡਾ ਇਹ ਫੇਲ ਆ। ਕੋਈ ਤੁਸੀਂ ਕਿਸੇ ਤਰ੍ਹਾਂ ਦਾ ਜ਼ਮੀਨੀ ਹਕੀਕਤ ਜਾਂ ਜ਼ਮੀਨੀ ਜੋ ਸਿਚੁਏਸ਼ਨ ਸੀ ਉੱਥੇ, ਉਸ ਤੇ ਕਿਸੇ ਤਰ੍ਹਾਂ ਦਾ ਤੁਹਾਡਾ ਐਕਸ਼ਨ ਨਹੀਂ ਲਿਆ ਤੁਸੀਂ। ਔਰ ਲੱਗਦਾ ਹੀ ਨਹੀਂ ਕਿ ਤੁਹਾਡੇ ਜਿਹੜੇ ਕਾਗਜ਼ਾਂ ਤੋਂ, ਤੁਹਾਡੇ ਜਵਾਬ ਤੋਂ, ਤੁਹਾਡੇ ਰਿਸਪੌਂਸ ਤੋਂ ਕਿ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਲਿਆ ਹੋਵੇ। ਅਮਿਤ ਸ਼ਾਹ ਦੀ ਬੜੀ ਗੱਲ ਕੀਤੀ ਜਾਂਦੀ ਹੈ ਕਿ ਅਮਿਤ ਸ਼ਾਹ ਭਾਰਤ ਦੇ ਗ੍ਰਹਿ ਮੰਤਰੀ ਨੇ ਦੌਰਾ ਕੀਤਾ, ਪਰ ਦੌਰਾ ਕੀਤਾ ਕਦੋਂ? ਜਦੋਂ ਪੂਰਾ 1 ਮਹੀਨਾ ਹੋ ਗਿਆ ਸੀ। ਤੁਹਾਨੂੰ ਯਾਦ ਹੋਣਾ 29 ਮਈ ਨੂੰ 3 ਦਿਨਾਂ ਲਈ ਉਹ ਗਏ ਸੀ। ਇਹ ਗੱਲ ਠੀਕ ਆ ਉਹਨਾਂ ਦੀ। ਉੱਥੇ ਜਾ ਕੇ ਐਨ ਬੀਰੇਨ ਸਿੰਘ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਆ, ਉਹਨਾਂ ਦੇ ਨਾਲ ਵੀ ਇਹਨਾਂ ਨੇ ਬੈਠਕ ਕੀਤੀ, ਉੱਥੋਂ ਦੇ ਚੀਫ ਸੈਕਟਰੀ ਨਾਲ ਵੀ ਕੀਤੀ, ਉੱਥੋਂ ਦੇ ਡੀਜੀਪੀ ਨਾਲ ਵੀ ਕੀਤੀ, ਹੋਮ ਸੈਕਟਰੀ ਨਾਲ ਵੀ ਕੀਤੀ, ਉੱਥੋਂ ਦੇ ਕਪਤਾਨਾਂ ਨਾਲ ਵੀ ਕੀਤੀ, ਉੱਥੋਂ ਦੇ ਡਿਪਟੀ ਕਮਿਸ਼ਨਰਸ ਨਾਲ ਵੀ ਕੀਤੀ। ਇਹ ਮੀਟਿੰਗਾਂ ਤਾਂ ਤੁਸੀਂ ਕਰਕੇ ਆ ਗਏ 3-4 ਦਿਨਾਂ ਦੇ ਵਿੱਚ, ਤੇ ਕੀਤਾ ਕੀ? ਇਹ ਵੀ ਗੱਲ ਪੁੱਛੀ ਹੈ ਸੁਪਰੀਮ ਕੋਰਟ ਨੇ ਕਿ ਆਖਿਰਕਾਰ ਤੁਸੀਂ ਸਾਨੂੰ ਨਤੀਜਾ ਤਾਂ ਦੱਸੋ ਕਿ ਇਹਦਾ ਕੀ ਹੋਇਆ। ਉਹ ਦੱਸਣਾ ਨਹੀਂ। ਤੇ ਇਸ ਤੋਂ ਇਲਾਵਾ ਤੁਸੀਂ ਦੇਖੋ, ਉਹ ਜਿਹੜੀਆਂ 2 ਕੁੜੀਆਂ ਸੀ ਉਹ ਵੀ ਚਲੀਆਂ ਗਈਆਂ। ਉਹਨਾਂ ਨੇ ਵੀ ਜਾ ਕੇ ਅਰਜ਼ੀ ਲਾਈ ਸੁਪਰੀਮ ਕੋਰਟ ਦੇ ਵਿੱਚ, ਜਿਨ੍ਹਾਂ ਦਾ ਉਹ ਵੀਡੀਓ ਵਾਇਰਲ ਹੋਇਆ ਸੀ, ਜਿਸ ਕਰਕੇ ਇਹ ਸਾਰਾ ਹੁਣ ਕੇਸ ਉੱਭਰਿਆ, ਜਿਸ ਕਰਕੇ ਸੁਪਰੀਮ ਕੋਰਟ ਨੂੰ ਸੋ ਮੋਟੋ ਨੋਟਿਸ ਲੈਣਾ ਪਿਆ। ਉਹਨਾਂ ਨੇ ਇੱਕ ਹੀ ਗੱਲ ਕਹੀ, ਉਹਨਾਂ ਨੂੰ ਲੱਗਾ ਕਿ ਭਾਰਤ ਸਰਕਾਰ ਜਾਂ ਭਾਰਤ ਸਰਕਾਰ ਦੇ ਜਿਹੜੇ 2 ਵਕੀਲ ਨੇ, ਅਟਾਰਨੀ ਜਨਰਲ ਤੇ ਸੋਲੀਸਿਟਰ ਜਨਰਲ, ਉਹ ਇੱਕ ਤਰ੍ਹਾਂ ਹੁਣ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਆ। ਮੰਗ ਕੀ ਕਰ ਰਹੇ ਆ, ਬਲਕਿ ਕਹਿ ਰਹੇ ਆ, ਭਰੋਸਾ ਦੇ ਰਹੇ ਆ ਕਿ ਅਸੀਂ ਸੀਬੀਆਈ ਦੀ ਜਾਂਚ ਕਰਵਾਵਾਂਗੇ। ਪਰ ਇਹਨਾਂ ਕੁੜੀਆਂ ਨੇ ਬਿਲਕੁਲ ਮਨਾ ਕਰਤਾ। ਕਹਿੰਦੇ ਬਿਲਕੁਲ ਸੀਬੀਆਈ ਦੀ ਜਾਂਚ ਨਹੀਂ ਕਰਨੀ, ਸਾਨੂੰ ਸੀਬੀਆਈ ਤੇ ਬਿਲਕੁਲ ਭਰੋਸਾ ਹੀ ਨਹੀਂ। ਔਰ ਆਪਾਂ ਨੂੰ ਵੀ ਸਾਰਿਆਂ ਨੂੰ ਪਤਾ ਸੀਬੀਆਈ ਨੂੰ ਕੰਟਰੋਲ ਕੌਣ ਕਰਦਾ? ਭਾਰਤ ਦੇ ਗ੍ਰਹਿ ਮੰਤਰੀ। ਸੀਬੀਆਈ ਨੂੰ ਕੰਟਰੋਲ ਕੌਣ ਕਰਦਾ? ਭਾਰਤ ਦੇ ਪ੍ਰਧਾਨ ਮੰਤਰੀ। ਇਹਨਾਂ ਨੇ ਤਾਂ ਕਹਿੰਦੇ ਸਾਡੀ ਗੱਲ ਸੁਣਨੀ ਨਹੀਂ, ਬਲਕਿ ਜੇ ਸੀਬੀਆਈ ਨੂੰ ਤੁਸੀਂ ਕੇਸ ਦੇਤਾ ਤੇ ਨਾਲ ਦੀ ਨਾਲ ਸਾਰੇ ਦਾ ਸਾਰਾ ਕੇਸ ਠੱਪ ਹੋ ਜਾਣਾ। ਹਜੇ ਤੱਕ ਜਿਨ੍ਹਾਂ ਕੇਸਾਂ ਦੀ ਜਾਂਚ ਸ਼ੁਰੂ ਨਹੀਂ ਹੋਈ, ਤੇ ਕੀ ਤੁਹਾਨੂੰ ਲੱਗਦਾ ਨਹੀਂ ਕਿ ਉਹਨਾਂ ਦੇ ਸਬੂਤ ਮਿਟਾਏ ਜਾ ਰਹੇ ਹੋਣਗੇ? ਆਲਰੇਡੀ ਕਿੰਨੇ ਲੋਕ ਪਿਛਲੇ ਦਿਨਾਂ ਦੇ ਵਿੱਚ 2 ਚਸ਼ਮਦੀਦ ਗਵਾਹ ਜਿਹੜੇ ਇਸ ਕੇਸ ਦੇ ਵਿੱਚ ਸੀ, ਇਸ ਵੀਡੀਓ ਦੇ, ਜਦੋਂ ਇਹਨਾਂ ਲੜਕੀਆਂ ਨੂੰ ਨਿਰਵਸਤਰ ਕਰਕੇ ਘੁਮਾਇਆ ਗਿਆ ਸੀ, ਉਹਨਾਂ ਨੂੰ ਆਲਰੇਡੀ ਮੌਤ ਦੇ ਘਾਟ ਉਤਾਰਤਾ। ਲਗਾਤਾਰ ਬਹੁਤ ਸਾਰੇ ਲੋਕ ਮਨੀਪੁਰ ਦੇ ਵਿੱਚ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਆ। ਉਹ ਸਾਰੇ ਐਲੀਮੈਂਟਸ ਜਿਹੜੇ ਨੇ ਉੱਥੇ ਐਕਟਿਵ ਨੇ। ਇਹ ਗੱਲ ਵੀ ਸੁਪਰੀਮ ਕੋਰਟ ਨੇ ਪੁੱਛੀ। ਨਾਲ ਦੀ ਨਾਲ ਉਹਨਾਂ ਨੇ ਮਨੀਪੁਰ ਦੀ ਸਰਕਾਰ ਨੂੰ ਇਹ ਵੀ ਪੁੱਛਿਆ ਕਿ ਤੁਸੀਂ ਸਾਨੂੰ ਇਹ ਦੱਸੋ ਕਿ ਕਿੰਨੇ ਕੁ ਇਸ ਤਰ੍ਹਾਂ ਦੇ ਲੋਕ ਤੁਸੀਂ ਫੜੇ ਨੇ ਜਿਨ੍ਹਾਂ ਨੇ ਤੁਸੀਂ 164 CRPC ਦੇ ਅਧੀਨ ਬਿਆਨ ਲਏ ਆ, ਕਿੰਨੇ ਕੁ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਤੁਸੀਂ 161 ਦੇ ਅਧੀਨ ਬਿਆਨ ਲਏ ਆ। ਇਹ ਗੱਲ ਵੀ ਮਨੀਪੁਰ ਦੀ ਸਰਕਾਰ ਦੱਸ ਨਹੀਂ ਸਕੀ। ਤੇ ਹੁਣ ਤੁਹਾਨੂੰ ਮੈਂ ਉਸ ਗੱਲ ਦੇ ਬਾਰੇ ਜ਼ਰੂਰ ਦੱਸੂਗਾ
ਜਿਹੜੀ ਉੱਥੇ ਸੁਪਰੀਮ ਕੋਰਟ ਦੇ ਵਿੱਚ ਹੋਈ। ਦਰਅਸਲ ਬਾਂਸੁਰੀ ਸਵਰਾਜ ਇਹ ਲਾਇਰ ਨੇ, ਇਹਨਾਂ ਨੇ ਬੈਰਿਸਟਰੇਟ ਲਾਅ ਇਹਨਾਂ ਨੇ ਇਨਰ ਟੈਂਪਲ ਲੰਡਨ ਦੇ ਵਿੱਚ ਪੜ੍ਹੇ ਆ, ਜਿੱਥੋਂ ਕਿਸੇ ਟਾਈਮ ਮਹਾਤਮਾ ਗਾਂਧੀ ਵੀ ਪੜ੍ਹੇ ਸੀ। ਇਹ ਵੀ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਲਾ ਲੈਂਦੇ ਨੇ, ਕਹਿੰਦੇ ਮੈਨੂੰ ਵੀ ਸੁਣੋ। ਤੇ ਜਿਹੜੀ ਬਾਂਸੁਰੀ ਸਵਰਾਜ ਆ, ਇਹ ਸੁਸ਼ਮਾ ਸਵਰਾਜ ਜਿਹੜੇ ਹੁਣ ਦੁਨੀਆ ਤੇ ਨਹੀਂ ਰਹੇ, ਭਾਰਤੀ ਜਨਤਾ ਪਾਰਟੀ ਦੇ ਲੀਡਰ ਹੁੰਦੇ ਸੀ। ਜਦੋਂ ਅਖੀਰਲੀ ਵਾਲੀ ਇਹ ਮਿਨਿਸਟਰ ਆਫ ਐਕਸਟਰਨਲ ਅਫੇਅਰ ਸੀ, ਯਾਨੀ ਕਿ ਵਿਦੇਸ਼ ਦੇ ਮੰਤਰੀ ਸੀ। ਬਾਅਦ ਦੇ ਵਿੱਚ ਇਹਨਾਂ ਦਾ ਦੇਹਾਂਤ ਹੋ ਜਾਂਦਾ। ਇਹਨਾਂ ਦੀ ਇਹ ਕੁੜੀ ਆ ਬਾਂਸੁਰੀ ਸਵਰਾਜ, ਇਹ ਚਲੀ ਜਾਂਦੀ ਆ ਸੁਪਰੀਮ ਕੋਰਟ ਦੇ ਵਿੱਚ। ਕਹਿੰਦੀ ਜੀ ਇੱਕ ਗੱਲ ਹੋਰ ਦੱਸੋ, ਤੁਸੀਂ ਘੱਟੋ ਘੱਟ ਵੈਸਟ ਬੰਗਾਲ, ਕੇਰਲ, ਛੱਤੀਸਗੜ੍ਹ, ਰਾਜਸਥਾਨ ਦੇ ਵਿੱਚ ਵੀ ਜਿਹੜਾ ਔਰਤਾਂ ਦੇ ਨਾਲ ਉੱਥੇ ਐਕਸਪਲੋਇਟੇਸ਼ਨ ਹੁੰਦੀ ਆ ਜਾਂ ਉਹਨਾਂ ਦੇ ਨਾਲ ਕ੍ਰਾਈਮ ਹੁੰਦਾ, ਜੁਰਮ ਹੁੰਦਾ, ਉਸ ਨੂੰ ਵੀ ਦੇਖੋ। ਇਸ ਗੱਲ ਨੂੰ ਸੁਣ ਕੇ ਚੀਫ ਜਸਟਿਸ DY ਚੰਦਰਚੂੜ ਦਾ ਪਾਰਾ ਹੋਰ ਵੀ ਚੜ ਗਿਆ। ਉਹ ਕਹਿੰਦੇ ਜਿਹੜੀ ਇਹ ਤੁਸੀਂ ਵਟ ਅਬਾਊਟ ਵੀ ਕਹਿੰਦੇ, ਤੁਹਾਡਾ ਕਹਿਣ ਦਾ ਮਤਲਬ ਇਹ ਆ ਕਿ ਜੇ ਅਸੀਂ ਇਹਨਾਂ ਸਟੇਟਸ ਦੇ ਕੇਸ ਨਾ ਸੁਣੇ ਤਾਂ ਫਿਰ ਮਨੀਪੁਰ ਦੇ ਕੇਸ ਵੀ ਨਾ ਸੁਣੀਏ। ਕਹਿਣ ਦਾ ਮਤਲਬ ਆ ਕਿ ਤੁਸੀਂ ਹਰੇਕ ਚੀਜ਼ ਨੂੰ ਡਾਈਵਰਟ ਕਰਨ ਦੀ ਕੋਸ਼ਿਸ਼ ਕਰਦੇ ਹੋ, ਹਰੇਕ ਚੀਜ਼ ਨੂੰ ਉਲਝਾਉਣ ਦੀ ਕੋਸ਼ਿਸ਼ ਕਰਦੇ ਹੋ। ਤੁਸੀਂ ਯਾਦ ਕਰੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਹ 30 ਜਾਂ 35 ਸੈਕਿੰਡ ਦੀ ਉਹ ਸਟੇਟਮੈਂਟ ਜਿਹੜੀ ਉਹਨਾਂ ਨੇ ਪਾਰਲੀਮੈਂਟ ਦੇ ਬਾਹਰ ਦਿੱਤੀ ਸੀ, 20 ਜੁਲਾਈ ਨੂੰ ਉਦੋਂ ਦਿੱਤੀ ਸੀ ਜਦੋਂ ਪਤਾ ਲੱਗਾ ਕਿ ਸੁਪਰੀਮ ਕੋਰਟ ਨੇ ਹੁਣ ਇਸ ਮਨੀਪੁਰ ਦੀ ਹਿੰਸਾ ਦਾ ਜਾਂ ਉਸ ਵੀਡੀਓ ਦਾ ਸੰਗਿਆਨ ਲੈ ਲਿਆ ਜਾਂ ਨੋਟਿਸ ਲੈ ਲਿਆ। ਫਿਰ ਜਾ ਕੇ ਇਹਨਾਂ ਨੇ ਗੱਲ ਕਹੀ ਸੀ, ਉਹਦੇ ਵਿੱਚ ਵੀ ਉਹਨਾਂ ਨੇ ਯਾਦ ਕਰੋ ਰਾਜਸਥਾਨ ਤੇ ਛੱਤੀਸਗੜ੍ਹ ਦੀ ਗੱਲ ਕਹੀ ਸੀ। ਤੇ ਚੀਫ ਜਸਟਿਸ ਪੁੱਛਦੇ ਨੇ ਕਿ ਅਸੀਂ ਕਦੋਂ ਕਹਿੰਦੇ ਆ ਜੇ ਕਿਸੇ ਰਾਜ ਦੇ ਵਿੱਚ ਕੋਈ ਹਿੰਸਾ ਹੁੰਦੀ ਆ, ਔਰਤਾਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਧੱਕਾ ਹੁੰਦਾ, ਉਹਨਾਂ ਦੇ ਅਗੇਂਸਟ ਕ੍ਰਾਈਮ ਹੁੰਦਾ, ਤੇ ਸਰਕਾਰ ਨੂੰ ਕਿਸੇ ਨੂੰ ਮਨਾ ਥੋੜੀ ਹੈ ਕਿ ਉਹਨਾਂ ਦੇ ਅਗੇਂਸਟ ਤੁਸੀਂ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਕਰੋ ਕਾਰਵਾਈ। ਪਰ ਇਹ ਕੀ ਗੱਲ ਹੋਈ ਕਿ ਜੇ ਅਸੀਂ ਮਨੀਪੁਰ ਦੀ ਹਿੰਸਾ ਦੀ ਗੱਲ ਕਰੀਏ ਤਾਂ ਤੁਸੀਂ ਸਾਨੂੰ ਦੂਸਰੀਆਂ ਸਟੇਟਸ ਗਿਣਾਉਣ ਲੱਗ ਜਾਂਦੇ ਹੋ। ਇਹ ਜਿਹੜੇ ਵਟ ਅਬਾਊਟ ਵੀ ਹੈ ਇਸ ਚੀਜ਼ ਨੂੰ ਬੰਦ ਕਰੋ। ਇਹ ਗੱਲ ਜਦੋਂ ਕਹੀ ਫੇਰ ਜਾ ਕੇ ਕਿਤੇ ਇਹਨਾਂ ਨੂੰ ਪਤਾ ਲੱਗਾ ਭਾਰਤ ਸਰਕਾਰ ਨੂੰ ਵੀ ਕਿ ਇਹ ਕੰਮ ਤਾਂ ਹੁਣ ਵਿਗੜ ਚੁੱਕਾ। ਹੁਣ ਤਾਂ ਸੁਪਰੀਮ ਕੋਰਟ ਪੂਰੀ ਤਰ੍ਹਾਂ ਅੱਗੇ ਜਾਊਗਾ। ਵੈਸੇ ਮੈਂ ਤੁਹਾਨੂੰ ਅੱਜ ਦੀ ਡਿਵੈਲਪਮੈਂਟ ਵੀ ਦੱਸਦਾ, ਸੁਪਰੀਮ ਕੋਰਟ ਨੇ CBI ਨੂੰ ਮਨਾ ਕਰਤਾ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਸਟੇਟਮੈਂਟਸ, ਚਾਹੇ ਉਹ ਮੁਸਲਿਮ ਨੇ ਤੇ ਚਾਹੇ ਉਹ ਕਿਸੇ ਤਰ੍ਹਾਂ ਦਾ ਜਿਨ੍ਹਾਂ ਦੇ ਅਗੇਂਸਟ ਕ੍ਰਾਈਮ ਹੋਇਆ, ਇਹਨਾਂ ਦੀਆਂ ਸਟੇਟਮੈਂਟਸ ਲੈਣੀਆਂ ਬੰਦ ਕਰੋ। ਅਸੀਂ ਕਵਾਂਗੇ ਕਿ ਕਿਹੜੀ ਟੀਮ ਬਣਾਈ ਜਾਊਗੀ, ਕਿਉਂਕਿ CBI ਦੀ ਗੱਲ ਤਾਂ ਕਰਤੇ ਸੀ ਭਾਰਤ ਸਰਕਾਰ ਨੇ, ਪਰ ਨਾਲ ਦੀ ਨਾਲ ਸੁਪਰੀਮ ਕੋਰਟ ਨੇ ਮਨਾ ਕਰਤਾ ਸੀ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਨ੍ਹਾਂ ਨੇ ਅਰਜ਼ੀਆਂ ਲਾਈਆਂ ਨੇ, ਜਿਨ੍ਹਾਂ ਨੇ ਦਰਖਾਸਤਾਂ ਲਾਈਆਂ ਨੇ, ਜਿਹੜੀਆਂ ਕੁੜੀਆਂ ਨੇ ਜਿਨ੍ਹਾਂ ਦੇ ਨਾਲ ਇਹ ਸਾਰਾ ਕੁਝ ਹੋਇਆ, ਉਹ ਨਹੀਂ ਚਾਹੁੰਦੇ ਕਿ CBI ਇਸ ਦੀ ਜਾਂਚ ਕਰੇ। ਉਹ ਨਹੀਂ ਚਾਹੁੰਦੇ ਕਿ ਕੇਂਦਰੀ ਕੋਈ ਏਜੰਸੀ, ਕੇਂਦਰ ਦੀ ਕੋਈ ਵੀ ਏਜੰਸੀ ਇਹਦੀ ਜਾਂਚ ਕਰੇ। ਇੱਥੋਂ ਤੱਕ ਤੁਸੀਂ ਦੇਖ ਲਓ, ਇਸ ਸਰਕਾਰ ਦੀ, ਕੇਂਦਰ ਸਰਕਾਰ ਦੀ ਹੋਵੇ, ਮਨੀਪੁਰ ਸਰਕਾਰ ਦਾ ਤਾਂ ਚਲੋ ਕਹਿਣਾ ਹੀ ਕੀ ਆ, ਭਰੋਸੇਯੋਗਤਾ ਇੰਨੀ ਨੀਵੀਂ ਚਲੀ ਗਈ ਆ। ਤੇ ਕਿਸੇ ਟਾਈਮ ਸੁਪਰੀਮ ਕੋਰਟ ਨੇ CBI ਨੂੰ ਐਵੇਂ ਪਿੰਜਰੇ ਦਾ ਤੋਤਾ ਨਹੀਂ ਸੀ ਕਿਹਾ, ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਯਾਦ ਹੀ ਆ। ਇਹ ਗੱਲ ਤਾਂ ਇਹਨਾਂ ਨੇ ਇਹ ਵੀ ਕਹੀ ਆ ਕਿ CBI ਨੂੰ ਕੰਟਰੋਲ ਕੌਣ ਕਰਦਾ। ਸੋ ਇਸ ਕਰਕੇ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਟੇਟਮੈਂਟ ਲੈਣ ਤੋਂ ਮਨਾ ਕਰਤਾ। ਤੇ ਹੁਣ ਸੁਪਰੀਮ ਕੋਰਟ ਕਿਸ ਤਰ੍ਹਾਂ ਦੀ ਟੀਮ ਦਾ ਗਠਨ ਕਰੂਗਾ, ਬਲਕਿ ਸੁਪਰੀਮ ਕੋਰਟ ਨੇ ਤਾਂ ਇਹ ਵੀ ਕਿਹਾ ਕਿ ਅਸੀਂ ਉਹਨਾਂ ਸਾਰੇ ਲੋਕਾਂ ਦੇ, ਕਿਉਂਕਿ ਤੁਸ਼ਾਰ ਮਹਿਤਾ ਨੇ ਜਾਂ R ਵੈਂਕਟ ਰਮਨੀ ਨੇ ਇਹ ਵੀ ਗੱਲ ਕਹੀ ਸੀ ਕਿ ਅਸੀਂ ਦੱਸ ਦਿੰਦੇ ਹਾਂ ਜੀ ਕਿਸ ਤਰ੍ਹਾਂ ਦੀ ਟੀਮ ਆ, ਅਸੀਂ ਤੁਹਾਨੂੰ ਨਾਂ ਦੇ ਦਿੰਦੇ ਹਾਂ। ਤੇ ਸੁਪਰੀਮ ਕੋਰਟ ਕਹਿੰਦਾ ਅਸੀਂ ਉਹਨਾਂ ਦੀਆਂ ਬੈਕਗਰਾਊਂਡਸ ਚੈੱਕ ਕਰਾਂਗੇ ਕਿ ਕੀ ਤੁਹਾਡੇ ਨਾਲ ਤਾਂ ਨਹੀਂ ਉਹ ਸੰਬੰਧਿਤ। ਅਸੀਂ ਉਹਨਾਂ ਦੀਆਂ ਸਾਰੀਆਂ ਬੈਕਗਰਾਊਂਡ ਚੈੱਕ ਕਰਨ ਤੋਂ ਬਾਅਦ ਟੀਮ ਬਣਾਵਾਂਗੇ ਜਿਹੜੀ ਇਹ ਸਾਰੇ ਪ੍ਰਕਰਨ ਦੀ, ਇਸ ਸਾਰੀ ਘਟਨਾ ਦੀ ਜਾਂ ਮਨੀਪੁਰ ਦੀ ਹਿੰਸਾ ਦੀ ਜਾਂਚ ਕਰੇਗੀ। ਐਵੇਂ ਨਹੀਂ ਹੋਊਗਾ। ਤੇ ਇਸ ਕਰਕੇ ਕਿਤੇ ਨਾ ਕਿਤੇ ਭਾਰਤ ਸਰਕਾਰ ਜਾਂ ਭਾਰਤ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ, ਤੇ ਚਾਹੇ ਪ੍ਰਧਾਨ ਮੰਤਰੀ ਨੇ, ਤੇ ਚਾਹੇ ਗ੍ਰਹਿ ਮੰਤਰੀ ਨੇ, ਤੇ ਚਾਹੇ ਮੁੱਖ ਮੰਤਰੀ ਨੇ, ਸਾਰੇ ਦੇ ਸਾਰੇ ਇਸ ਟਾਈਮ ਕਾਈਂਡ ਆਫ ਨਮੋਸ਼ੀ ਚਲੇ ਗਏ। ਉਹਨਾਂ ਨੂੰ ਲੱਗਦਾ ਕਿ ਜੇ ਸੁਪਰੀਮ ਕੋਰਟ ਨੇ ਇਹ ਚੰਗੀ ਤਰ੍ਹਾਂ ਜਾਂਚ ਕਰਾ ਲਈ ਤੇ ਸਾਡੇ ਫਿਰ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਉੱਥੇ ਹੋਇਆ ਉਹ ਸਾਰੇ ਦੇ ਸਾਰੇ ਕੱਚੇ ਚਿੱਠੇ ਖੁੱਲ੍ਹ ਜਾਣਗੇ। ਸੱਚਾਈ ਬਾਹਰ ਆ ਜਾਊਗੀ ਕਿ 3 ਮਹੀਨੇ ਮਨੀਪੁਰ ਸੜਦਾ ਰਿਹਾ, ਕਤਲ ਹੁੰਦੇ ਰਹੇ, ਰੇਪ ਹੁੰਦੇ ਰਹੇ, ਪਰ ਇਹ ਸਰਕਾਰਾਂ ਹੱਥ ਤੇ ਹੱਥ ਰੱਖ ਕੇ ਬੈਠੀਆਂ ਰਹੀਆਂ। ਭਾਰਤ ਦੇ ਵਿੱਚ ਫਿਰਕੂ ਮਾਹੌਲ ਕਿਸ ਤਰ੍ਹਾਂ ਫੈਲ ਰਿਹਾ ਔਰ ਤੇਜ਼ੀ ਦੇ ਨਾਲ ਫੈਲ ਰਿਹਾ, ਹੁਣ ਇਹ ਸਿਕਿਉਰਿਟੀ ਫੋਰਸਿਸ ਦਾ ਹਿੱਸਾ ਵੀ ਬਣਦਾ ਜਾ ਰਿਹਾ। ਕਿਸੇ ਟਾਈਮ ਸਾਨੂੰ ਇਹ ਲੱਗਦਾ ਹੁੰਦਾ ਸੀ ਕਿ ਘੱਟੋ ਘੱਟ ਜਿਹੜੀਆਂ ਯੂਨੀਫਾਰਮਡ ਫੋਰਸਿਸ ਨੇ, ਚਾਹੇ ਉਹ ਸਿਕਿਉਰਿਟੀ ਏਜੰਸੀਜ਼ ਨੇ, ਚਾਹੇ ਉਹ ਜਾਂਚ ਏਜੰਸੀਜ਼ ਨੇ,
ਘੱਟੋ ਘੱਟ ਉਹ ਇਹਨਾਂ ਗੱਲਾਂ ਤੋਂ ਉੱਪਰ ਨੇ ਔਰ ਉਹ ਸਾਰਿਆਂ ਨੂੰ ਬਰਾਬਰ ਸਮਝਦੀਆਂ ਨੇ, ਸਾਰਿਆਂ ਨੂੰ ਬਰਾਬਰ ਮੰਨ ਕੇ ਆਪਣੀ ਤਫਤੀਸ਼ ਕਰਦੀਆਂ ਨੇ। ਪਰ ਜਿਹੜੀ ਘਟਨਾ ਹੁਣ ਇੱਕ ਚਲਦੀ ਟ੍ਰੇਨ ਦੇ ਵਿੱਚ ਵਾਪਰੀ ਆ, ਉਸ ਗੱਲ ਨੇ ਤਾਂ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ। ਜੈਪੁਰ ਤੋਂ ਮੁੰਬਈ ਜਾ ਰਹੀ ਸੀ ਸੈਂਟਰਲ ਐਕਸਪ੍ਰੈਸ ਸੁਪਰਫਾਸਟ ਟ੍ਰੇਨ ਆ, ਤੇ ਜਦੋਂ ਇਹ ਟ੍ਰੇਨ ਜਾ ਰਹੀ ਸੀ ਤੇ ਉਹਦੇ ਵਿੱਚ ਚੇਤਨ ਸਿੰਘ ਨਾਮ ਦਾ ਰੇਲਵੇ ਪ੍ਰੋਟੈਕਸ਼ਨ ਫੋਰਸ ਦਾ ਇੱਕ ਕਾਂਸਟੇਬਲ ਉਹ ਇਹਦੇ ਵਿੱਚ ਸਫ਼ਰ ਕਰ ਰਿਹਾ ਸੀ। ਇਹਦੇ ਵਿੱਚ ਹੀ ਇਹਦਾ ਇੱਕ ਅਫਸਰ ਜਿਹੜਾ ਕਿ ASI ਸੀ, ਅਸਿਸਟੈਂਟ ਸਬ ਇੰਸਪੈਕਟਰ ਤਿਕਾਰਾਮ ਮੀਨਾ ਵੀ ਇਹਦੇ ਵਿੱਚ ਸਫ਼ਰ ਕਰ ਰਿਹਾ ਸੀ। ਆਪਸ ਦੇ ਵਿੱਚ ਕੋਈ ਗੱਲਬਾਤ ਹੁੰਦੀ ਹੈ, ਬਹਿਸ ਵੀ ਹੁੰਦੀ ਆ, ਤੇ ਆਖਿਰਕਾਰ ਸਵੇਰੇ 5 ਵਜੇ, ਮੈਂ ਬੀਤੇ ਕੱਲ ਦੀ ਗੱਲ ਕਰ ਰਿਹਾ, 31 ਜੁਲਾਈ ਨੂੰ ਸਵੇਰੇ ਤੜਕੇ 5 ਵਜੇ ਚਲਦੀ ਟ੍ਰੇਨ ਦੇ ਵਿੱਚ ਇਹ ਜਿਹੜਾ ਚੇਤਨ ਸਿੰਘ ਨਾਮ ਦਾ ਇਹ ਵਿਅਕਤੀ ਆ, ਕਾਂਸਟੇਬਲ ਆ, ਇਹ ਆਪਣਾ ਸਰਵਿਸ ਰਿਵਾਲਵਰ ਕੱਢਦਾ ਤੇ ਇਸ ਦੇ ਗੋਲੀਆਂ ਮਾਰ ਦਿੰਦਾ ਔਰ ਉਸ ਤੋਂ ਬਾਅਦ ਇਸ ਉੱਤੇ ਭੂਤ ਸਵਾਰ ਹੋ ਜਾਂਦਾ। ਇਹ ਡੱਬਿਆਂ ਦੇ ਵਿੱਚ ਵੱਖਰੀਆਂ ਵੱਖਰੀਆਂ ਬੋਗੀਜ਼ ਦੇ ਵਿੱਚ ਜਾ ਕੇ, ਕੰਪਾਰਟਮੈਂਟਸ ਦੇ ਵਿੱਚ ਜਾ ਕੇ ਕਿਹੜੇ ਵਿਅਕਤੀ ਨੇ ਜਿਹੜੇ ਮਾਈਨੋਰਿਟੀ ਕਮਿਊਨਿਟੀਜ਼ ਤੋਂ ਨੇ, ਮੁਸਲਿਮ ਕਮਿਊਨਿਟੀ ਤੋਂ ਨੇ, ਉਹਨਾਂ ਤੇ ਜਾ ਕੇ ਉਹਨਾਂ ਨੂੰ ਲੱਭ ਕੇ ਇੱਕ 48 ਸਾਲਾਂ ਦਾ ਅਬਦੁਲ ਮੁਹੰਮਦ ਹਸੈਨ ਉਹਦੇ ਵੀ ਗੋਲੀਆਂ ਮਾਰ ਦਿੰਦਾ। ਉਸ ਤੋਂ ਬਾਅਦ ਇਹ ਅਸਗਰ ਅब्बास ਸ਼ੇਖ 48 ਸਾਲਾਂ ਦਾ ਉਹਦੇ ਵੀ ਗੋਲੀਆਂ ਮਾਰ ਕੇ ਉਹਨੂੰ ਜਾਨੋਂ ਮਾਰ ਦਿੰਦਾ। ਇਸੇ ਤਰ੍ਹਾਂ ਦਾ ਇੱਕ ਹੋਰ ਪੈਂਟਰੀ ਦੇ ਵਿੱਚ ਇੱਕ ਵਿਅਕਤੀ ਹੈ ਜਿਹਦੀ ਕਿ ਹਜੇ ਤੱਕ ਪਹਿਚਾਣ ਨਹੀਂ ਹੋ ਸਕੀ, ਉਹਨੂੰ ਵੀ ਮਾਰ ਦਿੰਦਾ। ਤੇ ਕਹਿੰਦਾ ਕੀ ਆ, ਜਦੋਂ ਇਹ ਸਾਰਾ ਕੁਝ ਕਹਿ ਰਿਹਾ ਹੁੰਦਾ, ਇੱਕ ਵੀਡੀਓ ਵੀ ਹੈ ਇਸ ਵਿਅਕਤੀ ਦਾ, ਇਹ ਕਹਿੰਦਾ ਜੇ ਕੋਈ ਵਿਅਕਤੀ ਹਿੰਦੁਸਤਾਨ ਦੇ ਵਿੱਚ ਰਹਿਣਾ ਚਾਹੁੰਦਾ ਤੇ ਉਹਨੂੰ ਮੋਦੀ ਜਾਂ ਯੋਗੀ ਨੂੰ, ਯਾਨੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂ ਆਦਿੱਤਿਆਨਾਥ ਯੋਗੀ ਜਿਹੜੇ ਯੂਪੀ ਦੇ ਮੁੱਖ ਮੰਤਰੀ ਨੇ, ਇਹਨਾਂ ਨੂੰ ਵੋਟ ਪਾਉਣੀ ਪਊਗੀ, ਨਹੀਂ ਤਾਂ ਭਾਰਤ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਤੁਹਾਡਾ ਰਹਿਣਾ ਬਿਲਕੁਲ ਜਾਇਜ਼ ਨਹੀਂ ਆ। ਤੁਸੀਂ ਸੋਚ ਸਕਦੇ ਸੀ ਕਿ ਇਹ ਜਿਹੜੇ ਫੋਰਸਿਸ ਦੇ ਲੋਕ ਨੇ ਇੰਨੇ ਮੁਤੱਸਵੀ ਹੋ ਜਾਣਗੇ, ਇੰਨੇ ਕੱਟੜ ਹੋ ਜਾਣਗੇ, ਲੋਕਾਂ ਨੂੰ ਇਸ ਤਰ੍ਹਾਂ ਮੌਤ ਦੇ ਘਾਟ ਉਤਾਰ ਦੇਣਗੇ। ਅਕਸਰ ਸਾਡੀ ਬਹਿਸ ਹੋ ਜਾਂਦੀ ਆ, ਅਸੀਂ ਇੱਕ ਦੂਸਰੇ ਦੇ ਨਾਲ ਕਈ ਤਰ੍ਹਾਂ ਦੇ ਮਤਭੇਦ ਹੁੰਦੇ ਨੇ ਜਾਂ ਸਾਡੇ ਜਿਹੜੇ ਵਿਚਾਰਾਂ ਦੇ ਮਤਭੇਦ ਹੁੰਦੇ ਨੇ, ਪਰ ਜ਼ਰੂਰੀ ਨਹੀਂ ਹੈ ਕਿ ਅਸੀਂ ਕਿਸੇ ਦਾ ਕਤਲ ਕਰ ਦਈਏ, ਇੱਥੋਂ ਤੱਕ ਪਹੁੰਚ ਜਾਈਏ। ਪਰ ਜਿਹੜਾ ਇਸ ਤਰ੍ਹਾਂ ਦਾ ਇਹ ਟ੍ਰੈਂਡ ਆ, ਹੁਣ ਤੁਸੀਂ ਦੇਖੋ ਹੋ ਕੀ ਰਿਹਾ। ਇਹ ਜਿਹੜੀਆਂ ਜਥੇਬੰਦੀਆਂ ਨੇ, ਖਾਸ ਤੌਰ ਤੇ ਇਸ ਤਰ੍ਹਾਂ ਦੀਆਂ ਹਿੰਦੂ ਜਥੇਬੰਦੀਆਂ, ਉਹ ਇਸ ਵਿਅਕਤੀ ਨੂੰ ਇਸ ਤਰ੍ਹਾਂ ਦਰਸਾਉਣ ਦੀ ਕੋਸ਼ਿਸ਼ ਕਰ ਰਹੀਆਂ, ਕਹਿੰਦੇ ਇਹਦਾ ਤਾਂ ਜਿਹੜਾ ਦਿਮਾਗੀ ਤਵਾਜ਼ਨ ਸੀ ਜਾਂ ਦਿਮਾਗੀ ਬੈਲੈਂਸ ਸੀ ਉਹ ਖਰਾਬ ਸੀ, ਇਹ ਤਾਂ ਠੀਕ ਹੈ ਹੀ ਨਹੀਂ ਸੀ। ਪਰ ਉਹਦੇ ਘਰਦਿਆਂ ਨੇ ਮੁੱਢਲੇ ਬਿਆਨਾਂ ਦੇ ਵਿੱਚ ਕਿਹਾ ਕਿ ਇਹ ਬਿਲਕੁਲ ਠੀਕ ਸੀ, ਕਿਸੇ ਤਰ੍ਹਾਂ ਦਾ ਇਹਨੂੰ ਮੈਂਟਲ ਇਲਨੈਸ ਜਾਂ ਕਿਸੇ ਤਰ੍ਹਾਂ ਦਾ ਇਸ ਵਿਅਕਤੀ ਦਾ ਦਿਮਾਗੀ ਤਵਾਜ਼ਨ ਖਰਾਬ ਨਹੀਂ ਸੀ, ਬਿਲਕੁਲ ਬੈਲੈਂਸਡ ਮਾਈਂਡ ਸੀ। ਇਹ ਗੱਲ ਉਹਨਾਂ ਨੇ ਕਹੀ ਆ। ਸੋ ਜਿੰਨੀ ਦੇਰ ਤੱਕ ਇਹਨਾਂ ਚੀਜ਼ਾਂ ਨੂੰ ਪਹਿਚਾਣਿਆ ਨਹੀਂ ਜਾਂਦਾ, ਇਹ ਫਿਰਕੂ ਫਸਾਦ ਇਸੇ ਤਰ੍ਹਾਂ ਫੈਲ ਰਿਹਾ। ਹੁਣ ਤੁਸੀਂ ਦੇਖੋ ਸਾਡਾ ਗੁਆਂਢੀ ਸੂਬਾ ਹਰਿਆਣੇ ਦੇ ਵਿੱਚ ਵੀ ਇਹ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਫਿਰਕੂ ਫਸਾਦ ਦੇਖਿਆ ਜਾ ਰਿਹਾ। ਪਹਿਲਾਂ ਨੂੰਹ ਦੇ ਵਿੱਚ ਇਸੇ ਤਰ੍ਹਾਂ ਦਾ ਇੱਕ ਪ੍ਰੋਸੈਸ਼ਨ ਕੱਢਿਆ ਜਾਣਾ ਸੀ। ਪ੍ਰੋਸੈਸ਼ਨ ਦੇ ਦੌਰਾਨ ਇੱਕ ਫਿਰਕਾ ਕਹਿੰਦਾ ਕਿ ਸਾਨੂੰ ਦੂਸਰੇ ਫਿਰਕੇ ਨੇ ਸਾਡੇ ਤੇ ਅਟੈਕ ਕਰਤਾ। ਉਸ ਤੋਂ ਬਾਅਦ ਆਪਸ ਦੇ ਵਿੱਚ ਪੱਥਰ ਵੱਟੇ ਸਾਰਾ ਕੁਝ ਚੱਲਣ ਲੱਗ ਜਾਂਦੇ ਨੇ। ਤੇ ਅੱਜ ਗੁੜਗਾਉਂ ਦੇ ਵਿੱਚ, ਜਿਹਨੂੰ ਗੁਰੂਗ੍ਰਾਮ ਕਹਿੰਦੇ ਆ, 57 ਸੈਕਟਰ ਆ ਉੱਥੇ 57, ਉੱਥੋਂ ਦੀ ਇੱਕ ਮਸਜਿਦ ਆ, ਪਤਾ ਇਹ ਖਬਰਾਂ ਆ ਰਹੀਆਂ ਨੇ ਕਿ ਉਸ ਨੂੰ ਅੱਗ ਲਾ ਦਿੱਤੀ ਆ। ਬਲਕਿ ਉੱਥੋਂ ਦਾ ਜਿਹੜਾ ਡਿਪਟੀ ਇਮਾਮ ਆ, ਜਿਹਨੂੰ ਨਾਇਬ ਇਮਾਮ ਕਹਿੰਦੇ ਨੇ, ਇੱਕ ਛੋਟੀ ਜਿਹੀ ਉਮਰ ਦਾ 19 ਸਾਲਾਂ ਦਾ ਸਾਧ ਨਾਮ ਦਾ ਉਹ ਵਿਅਕਤੀ ਆ, ਉਸ ਦੀ ਇਹ ਵੀ ਪਤਾ ਲੱਗਿਆ ਕਿ ਉਹਦੀ ਹੱਤਿਆ ਤੱਕ ਕਰ ਦਿੱਤੀ ਗਈ ਆ। ਕੁਝ ਲੋਕਾਂ ਨੂੰ ਜ਼ਖਮੀ ਤੱਕ ਕਰ ਦਿੱਤਾ ਗਿਆ। ਕੀ ਇੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ? ਕੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਜਿਹੜਾ ਸਿਸਟਮ ਆ ਹਰਿਆਣੇ ਦੇ ਵਿੱਚ ਇੱਥੇ ਵੀ ਫੇਲ ਹੋ ਰਿਹਾ? ਕੀ ਕੋਈ ਜਾਣ ਬੁੱਝ ਕੇ ਪੂਰੇ ਭਾਰਤ ਦੇ ਵਿੱਚ ਇਸ ਤਰ੍ਹਾਂ ਦੇ ਐਕਸਪੈਰੀਮੈਂਟ ਕੀਤੇ ਜਾ ਰਹੇ ਨੇ, ਕਿਸ ਤਰ੍ਹਾਂ ਦੇ ਤਜਰਬੇ ਕੀਤੇ ਜਾ ਰਹੇ ਨੇ ਤਾਂ ਕਿ ਜਿਹੜੀਆਂ ਚੋਣਾਂ ਜਾਂ ਕਿਸੇ ਖਾਸ ਮੁੱਦੇ ਵੱਲੋਂ ਧਿਆਨ ਭਟਕਾਇਆ ਜਾ ਸਕੇ? ਕਿਉਂਕਿ ਧਿਆਨ ਤਾਂ ਸਾਰਿਆਂ ਦਾ ਮਨੀਪੁਰ ਵੱਲ ਲੱਗਾ ਹੋਇਆ। ਇਹ ਸਾਰਾ ਕੁਝ ਜਦੋਂ ਆ ਰਿਹਾ ਤੇ ਵਾਕਿਆ ਹੀ ਬਹੁਤ ਹੈਰਾਨੀ ਹੁੰਦੀ ਆ ਕਿ ਸਾਡੀਆਂ ਜਿਹੜੀਆਂ ਸਰਕਾਰਾਂ, ਜਿਨ੍ਹਾਂ ਦਾ ਇਹ ਫਰਜ਼ ਹੁੰਦਾ ਲਾਅ ਐਂਡ ਆਰਡਰ ਮੇਨਟੇਨ ਕਰਨ ਦਾ, ਉਹ ਕਿਉਂ ਲਗਾਤਾਰ ਫੇਲ ਹੋ ਰਹੀਆਂ ਨੇ, ਜਾਂ ਉਹ ਜਾਣ ਬੁੱਝ ਕੇ ਇਹ ਸਾਰਾ ਕੁਝ ਤਮਾਸ਼ਾ ਦੇਖ ਰਹੀਆਂ ਨੇ, ਇਸ ਤੇ ਕੋਈ ਇਮੀਡੀਏਟ ਐਕਸ਼ਨ ਨਹੀਂ ਲੈਂਦੀਆਂ। ਜਦਕਿ ਸਾਰਿਆਂ ਨੂੰ ਪਤਾ ਕਿ ਜੋ ਮਾਹੌਲ ਇਸ ਟਾਈਮ ਬਣਿਆ ਹੋਇਆ ਉਹ ਕਿਸ ਤਰ੍ਹਾਂ ਦਾ ਮਾਹੌਲ ਆ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।